Good morning, student. Today we are going to discuss about stomach cancer. Stomach. The stomach is a hollow organ in the upper abdomen under the ribs. Normally anatomically जैसे उसमें देखिए तो जो stomach है वो under the ribs ਦੇ अंदर है ਜਿਹੜਾ upper abdominal area ਦੇ form ਦੇ ਵਿੱਚ ਕੀ ਆ ਉੱਥੇ lie ਕਰਦਾ. ਇਹਦੀਆਂ 5 layers ਹੁੰਦੀਆਂ ਨੇ. The first one into the inner layer where most stomach cancer begin ਜਿਹੜੀ ਉਹਦੀ inner layer ਹੈ ਜਿਹੜੀ ਕਿ gastric acids or food components ਦੇ contact ਦੇ ਵਿੱਚ ਆਉਂਦੀ ਹੈ ਸੋ ਉੱਥੇ mostly chances ਹੁੰਦੇ ਨੇ cancers ਦੇ develop ਹੋਣ ਦੇ starting stage ਤੇ second is the submucosa support tissue for the inner layer और inner layer ਦੀ inner sided ਦੇ side ਤੇ ਲੱਗੇ ਹੁੰਦੇ ਨੇ supportive tissue that are the second chances ਹੈ ਕਿ ਜਿਹੜਾ spread ਹੈ ਉਹ cancer develop ਹੋਏਗਾ Muscles layer create a rippling motions that mixed and mashed food ਜਿਹੜੀ ਕੀ ਆ ਉਹਨੂੰ food ਨੂੰ mixed and mashed ਹੋਣ ਦੇ ਲਈ helpful ਕਰਦੀ ਹੈ that is the muscles layer next is the suberosa support tissue of to the outer layer ਨੂੰ support ਕਰਨ ਵਾਲੇ tissue and the outer layer is serosa that is covering with the stomach and hold it in place ਤੇ ਉਹ ਆਪਣੇ place ਦੇ ਉੱਤੇ ਉਹਨੂੰ hold ਕਰਕੇ ਰੱਖਦੀ ਹੈ means ਕੀ ਆ stomach ਦਾ ਇੱਕ structure ਹੈ ਜਿਹੜਾ ਉਹ provide ਕਰਦੀ ਹੈ benign tumor are not cancer ਜਿਹੜਾ ਸਟਾਰਟਿੰਗ ਫਾਰਮ ਦੇ ਵਿੱਚ ਹੁੰਦਾ ਹੈ ਕਿ ਉਸ ਨੂੰ ਕਲੀਅਰਿਫਾਈ ਨਹੀਂ ਹੁੰਦਾ ਕਿ ਉਹ ਕੈਂਸਰ ਹੈ ਜਾਂ ਨਾਨ ਕੈਂਸਰਸ ਹੈ ਫਸਟਿੰਗ ਸਟਾਰਟ ਦੇ ਵਿੱਚ ਕੀ ਹੈ ਬਿਗਨ ਇਸ ਟਿਊਮਰ ਹੈ ਜਿਹੜਾ ਉਹ ਅੱਜ ਨਾਟ ਕੈਂਸਰ not life threatening ਇਹ ਬਿਗਨ ਕੈਂਸਰ ਕੀ ਹੁੰਦਾ ਹੈ ਕਿ ਜਿਹੜਾ ਔਨ ਦਾ ਸਿਟੂ ਤੇ ਹੁੰਦਾ ਹੈ ਜੇ ਉਹ ਡਿਵੈਲਪ ਵੀ ਹੋ ਜਾਂਦਾ ਤਾਂ ਅਬਨੋਰਮਲ ਟਿਸ਼ੂਜ਼ ਦੀ ਗਰੋਥ ਹੋ ਰਹੀ ਹੈ ਤਾਂ ਉਹ ਲਾਈਫ ਥ੍ਰੈਟਨਿੰਗ ਨਹੀਂ ਹੁੰਦੀ ਕਿ ਐਜ਼ ਅ ਕੰਪੇਅਰ ਆਫ ਮੈਟਾਸਟੈਟਿਕ ਫਾਰਮ ਦੇ ਵਿੱਚ can be removed and usually do not grow back ਹੁਣ ਇਹਦੇ ਵਿੱਚ ਕੀ ਹੈ ਕਿ ਉਸ ਸਿਟੂ ਦੇ ਏਰੀਏ ਨੂੰ ਅਸੀਂ ਟੋਟਲੀ ਰਿਮੂਵਡ ਕਰ ਸਕਦੇ ਹਾਂ ਤੇ ਇਹਦੇ ਵਿੱਚ ਉਹ ਦੁਬਾਰਾ ਕੀ ਆ ਡਿਵੈਲਪ ਨਹੀਂ ਹੁੰਦਾ ਸੈਲ ਡੂ ਨਾਟ ਇਨਵੇਡ the tissue around them ਹੁਣ ਉਹਦੇ ਵਿੱਚ ਜਿਹੜੇ ਕੀ ਆ ਸੈਲਸ ਨੇ ਉਹ ਕੀ ਆ ਸਾਈਡਡ ਵਾਲੇ ਕੀ ਆ ਉਹ ਇਨਵੇਡਡ ਡੈਡ ਨਹੀਂ ਹੋਏ ਹੁੰਦੇ ਜਿਹੜੇ ਉਹਦੇ ਸਰਾਊਂਡਿੰਗ ਤੇ ਟਿਸ਼ੂਜ਼ ਹੁੰਦੇ ਨੇ cell do not spread to the other part of the body ਇਹਦੇ ਵਿੱਚ ਕੀ ਹੈ ਕਿ ਜਿਹੜਾ ਕੈਂਸਰਸ ਗਰੋਥ ਆ ਉਹ on the situ ਹੋਏਗੀ ਉਹ ਮੈਟਾਸਟੈਟਿਕ ਫਾਰਮ ਜਾਂ ਫਿਰ ਕੀ ਆ ਫਾਰਮ ਦੇ ਵਿੱਚ ਨਹੀਂ ਹੋਏਗੀ ਕਿ ਜਿਹੜਾ ਇੱਕ ਪਾਰਟ ਤੋਂ ਦੂਸਰੇ ਪਾਰਟ ਦੇ ਵਿੱਚ ਕੀ ਆ ਸਪਰੈਡ ਹੋ ਜਾਏਗਾ malignant tumor are cancer malignant ਦੇ ਵਿੱਚ ਕਲੀਅਰ ਹੋ ਜਾਂਦਾ ਹੈ ਕਿ this is the cancerous growth generally more serious than the benign tumor ਇਹ benign tumor ਦੇ ਨਾਲੋਂ little bit ਕੀ ਹੈ serious condition ਚ ਆ ਜਾਂਦਾ little bit means ਕੀ ਆ ਕਿ begins on the situ ਰਹਿੰਦਾ malignant cancer ਹੈ ਜਿਹੜਾ ਉਹ surrounding area of the situ means ਜਿੰਨੇ ਏਰੀਆ ਤੇ ਉਹ ਹੋਇਆ ਉਹਨੇ ਸਰਕਲ ਫਾਰਮ ਦੇ ਵਿੱਚ ਉਸ ਏਰੀਆ ਨੂੰ ਕਵਰ ਕਰਨਾ ਸਟਾਰਟ ਕਰ ਦੇਣਾ may be life threatening ਕਿਉਂਕਿ ਹੁਣ ਜੇ ਇਹ ਕੰਡੀਸ਼ਨਸ ਤੇ ਡਿਪੈਂਡ ਕਰਦਾ ਕਿੰਨੀ ਸਪੀਡ ਦੇ ਨਾਲ ਇਹ ਸਰਾਊਂਡਿੰਗ ਏਰੀਆ ਨੂੰ ਕਵਰ ਕਰਦੇ ਆ ਮੀਨਸ ਇਹਦਾ ਡਾਇਆਮੀਟਰ ਵੱਧਦਾ ਜਾ ਰਿਹਾ ਸੋ ਦੈਟ ਇਜ਼ ਅ ਲਾਈਫ ਥ੍ਰੈਟਨਿੰਗ ਕਿ ਉਸ ਕਾਜ਼ਸ ਆ ਜਿਹੜਾ ਉਹ ਬਣ ਸਕਦਾ often can be is removed but sometime grow back ਹੁਣ ਇਸ ਨੂੰ ਅਸੀਂ ਰਿਮੂਵਡ ਤਾਂ ਕਰ ਸਕਦੇ ਹਾਂ but sometime it may be grow back cells can invade and damage nearby tissues and organs ਜਿਹੜੇ cells ਨੇ ਉਹਦੇ ਵਿੱਚ ਡੈਡ ਹੋਏ ਹੁੰਦੇ ਨੇ ਤੇ ਜਿਹੜੀਆਂ ਨਾਲ ਲੱਗਦੇ ਸਰਾਊਂਡਿੰਗ ਟਿਸ਼ੂਜ਼ ਜਾਂ ਨਾਲ ਲੱਗਦਾ ਜਿਹੜਾ ਆਰਗਨ ਹੈ ਉਹਨਾਂ ਨੂੰ ਵੀ ਸੈੱਲ ਕੀ ਕਰਦਾ ਡਿਸਟਰੋਏ ਉਹਦੇ ਵਿੱਚ ਸਪਰੈਡ ਹੋਣਾ ਸ਼ੁਰੂ ਹੋ ਜਾਂਦਾ can spread metastasis to another part of the body ਹੁਣ ਇਹ ਕੀ ਮੈਟਾਸਟੈਟਿਕ ਫਾਰਮ ਦੇ ਵਿੱਚ ਵੀ ਆ ਸਕਦਾ ਹੈ to other part of the body other part of the body ਦੇ ਵਿੱਚ ਕੀ ਹੈ ਕਿ ਜਿਹੜਾ ਮੈਟਾਸਟੈਟਿਕ ਹੁੰਦਾ ਉਹ ਫੋਰ ਐਗਜ਼ਾਮਪਲ ਡਿਸਟੈਂਟ ਏਰੀਆ ਤੇ ਵੀ ਜਾ ਸਕਦਾ ਉਹ ਇੱਕ ਪਾਰਟ ਤੋਂ ਦੂਸਰੇ ਪਾਰਟ ਦੇ ਵਿੱਚ ਵੀ ਜਾ ਸਕਦਾ ਬੋਡੀ ਦੇ ਬਟ ਜਿਹੜਾ ਮਿਲਗਨੈਂਟ ਕੈਂਸਰ ਹੁੰਦਾ ਇਹ ਹੁੰਦਾ ਕਿ ਜਿਵੇਂ ਸਟਮਕ ਦੇ ਨਾਲ ਕੈਂਸਰ ਹੈ ਸਟਮਕ ਦੀਆਂ ਜਦੋਂ ਸਾਰੀਆਂ ਲੇਅਰਸ ਨੂੰ ਹੋ ਜਾਊਗਾ ਫਿਰ ਇਹ ਦੂਸਰੇ ਪਾਰਟ ਦੇ ਵਿੱਚ ਸਰਾਊਂਡਿੰਗ ਏਰੀਆ ਦੇ ਨਾਲ ਲੱਗਦਾ ਜੇ ਇਹਦੇ ਨਾਲ ਆਉਂਦੀ ਹੈ ਬਾਈਲ ਡਕਟ ਆਉਂਦੀ ਹੈ ਸਮਾਲ ਇੰਟੈਸਟਾਈਨਲ ਹੈ ਤਾਂ ਇਹ ਉਹਨਾਂ ਦੇ ਵਿੱਚ ਈਜ਼ੀਲੀ ਸਪਰੈਡ ਹੋ ਜਾਊਗਾ ਮੀਨਸ ਦੂਸਰੇ ਆਰਗਨ ਤੱਕ ਵੀ ਇਹ ਆਪਦੇ ਡਾਇਆਮੀਟਰ ਏਰੀਆ ਦੇ ਨਾਲ ਫਰਦਰ ਸਪਰੈਡ ਹੋ ਜਾਂਦਾ ਨੈਕਸਟ ਇਜ਼ ਦ ਸਟਮਕ ਕੈਂਸਰ ਕੈਨ ਅਫੈਕਟ ਨੀਅਰ ਬਾਈ ਆਰਗਨ ਐਂਡ ਲਿੰਫ ਨੋਡ ਹੁਣ ਇਹਦੇ ਵਿੱਚ ਕੀ ਆ ਸਟਮਕ ਕੈਂਸਰ ਦੇ ਵਿੱਚ ਕੀ ਹੈ ਕਿ ਉਹ ਆਪਦੇ ਆਪ ਤਾਂ ਅਫੈਕਟਡ ਹੋਏਗਾ ਹੀ ਹੋਏਗਾ ਆਰਗਨ ਸਟਮਕ ਹੈ ਸਟਮਕ ਤਾਂ ਅਫੈਕਟਡ ਹੋਏਗਾ ਹੀ ਐਂਡ ਨੀਅਰ ਬਾਈ ਲਿੰਫ ਨੋਡ ਜਿਹੜੀਆਂ ਉਹਦੇ ਵਿੱਚ ਸਰਾਊਂਡਿੰਗ ਏਰੀਆ ਤੇ ਜਾਂਦੀਆਂ ਨੇ ਲਿੰਫ ਨੋਡਸ ਜਿਹੜੀਆਂ ਕੀ ਆ ਫਲੂਇਡ ਲਿੰਫੈਟਿਕ ਫਲੂਇਡ ਦੀ ਸਰਕੂਲੇਸ਼ਨਸ ਨੇ ਉਹਦੇ ਵਿੱਚ ਕੀ ਹੈ ਕੈਂਸਰ ਹੈ ਜਿਹੜਾ ਉਹ ਫਰਦਰ ਐਂਟਰ ਕਰ ਸਕਦਾ stomach tumor can grow through stomach outer layer into nearby the organ ਹੁਣ stomach tumor ਹੈ ਜਿਹੜਾ ਉਹ can be grow ਕਰ ਸਕਦਾ stomach ਦੀ outer layer ਹੈ ਜਿਹੜੀ ਉਹਦੇ inner by the organ ਦੇ outer layer ਦੇ ਨਾਲ ਇਹ easily spread ਹੋ ਸਕਦਾ such as pancreas esophagus and intestinal form ਦੇ ਵਿੱਚ ਇਹ easily spread ਹੋ ਸਕਦਾ
can spread through the blood to the liver, lungs and other organ। ਹੁਣ ਜਦੋਂ ਇਹ blood ਦੇ ਕੰਟੈਕਟ ਵਿੱਚ ਆ ਜਾਏਗਾ, blood vessels ਜਿੱਦਾਂ ਕਿ stomach ਏਰੀਆ ਦੀਆਂ ਨੇ, ਤਾਂ ਉਹਨਾਂ ਦੇ ਕੰਟੈਕਟ ਫਾਰਮ ਦੇ ਵਿੱਚ ਜਿਹੜਾ ਉਹਦੇ ਨਾਲ ਲੱਗਦੇ ਸਰਾਊਂਡਿੰਗ ਆਰਗਨਸ ਨੇ ਜਾਂ GI ਸਿਸਟਮ ਦੇ ਪਾਰਟ ਨੇ, ਸੋ ਜਦੋਂ ਉਹਨਾਂ ਦੇ ਨਾਲ ਉਹ ਬਲੱਡ ਸਰਕੂਲੇਸ਼ਨ ਸਰਕੂਲੇਟ ਕਰੇਗਾ ਤਾਂ ਬਲੱਡ ਦੇ ਵਿੱਚ ਕੀ ਹੈ ਐਂਟਰ ਹੋ ਕੇ ਥਰੂ ਕੀ ਆ ਅੱਗੇ ਪਾਸ ਆਊਟ ਹੋ ਸਕਦਾ ਅਨਦਰ ਆਰਗਨਸ ਲਾਈਕ ਦੈਟ। ਕੀ ਹੈ ਸਟਮਕ ਦਾ ਕੈਂਸਰ ਹੈ ਕਿਡਨੀ 'ਚ ਵੀ ਅਵੇਲੇਬਲ ਹੁੰਦਾ ਹੈ, ਲੰਗਸ 'ਚ ਵੀ ਹੋ ਸਕਦਾ ਹੈ, ਲੀਵਰ 'ਚ ਵੀ ਹੋ ਸਕਦਾ, ਕਿਸੇ ਹੋਰ ਅਨਦਰ ਆਰਗਨ ਦੇ ਵਿੱਚੋਂ ਸਪਰੈਡ ਹੋ ਸਕਦਾ। can also spread through the lymphatic system and lymph node all over of the body। ਹੁਣ ਜਦੋਂ lymphatic fluid ਦੇ ਕੰਟੈਕਟ ਵਿੱਚ ਆ ਜਾਂਦਾ ਫਿਰ ਇਹਨੇ ਫੁੱਲ ਬਾਡੀ ਦੇ lymphatic system ਦੇ ਨਾਲ ਕੋਰਿਲੇਟ ਹੋ ਕੇ ਫੁੱਲ ਬਾਡੀ ਦੇ ਵਿੱਚ ਸਰਕੂਲੇਟ ਕਰਦਾ। ਨਾਰਮਲ ਸਟਮਕ ਕੈਂਸਰ ਦੇ ਵਿੱਚ ਕੀ ਆ ਜਾਂਦਾ ਕਿ ਲੀਵਰ ਈਸੋਫੇਗਸ ਫਾਰਮ ਦੇ ਵਿੱਚ ਆ ਗਿਆ, ਸੋ ਇਹਦੇ ਵਿੱਚ ਕੀ ਹੈ ਕਿ ਦਿਸ ਪਾਰਟ ਇਜ਼ ਦਾ ਸਟਮਕ ਕੈਂਸਰ ਹੈ, ਠੀਕ ਹੈ। ਜੇ ਤਾਂ ਇਹ ਬਿਗਿਨ ਕੈਂਸਰਸ ਦਾ ਗਰੋਥ ਹੈ ਤਾਂ ਫਿਰ ਇਹ ਔਨ ਦਾ ਸਿਟੂ ਰਹੇਗਾ, ਠੀਕ ਹੈ। ਜਦੋਂ ਇਹ ਮੈਟਾਸਟੈਟਿਕ ਫਾਰਮ ਤੇ ਆ ਜਾਏਗਾ, ਮੈਟਾਸਟੈਟਿਕ ਫਾਰਮ ਤੇ ਫੋਰ ਐਗਜ਼ਾਮਪਲ ਦਿਸ ਏਰੀਆ ਦੇ ਵਿੱਚ ਕੈਂਸਰ ਹੈ ਤਾਂ ਇਹਦੇ ਨਾਲ ਸਰਾਊਂਡਿੰਗ ਏਰੀਆ ਜੋ ਲੱਗੇਗਾ ਇਹ ਉਸ ਨੂੰ ਕਵਰ ਕਰੇਗਾ। ਸੋ ਇਹਦੇ ਵਿੱਚ ਕੀ ਆ ਮੈਲਿਗਨੈਂਟ ਫਾਰਮ ਦੇ ਵਿੱਚ ਸਰਾਊਂਡਿੰਗ ਏਰੀਆ ਨੂੰ ਕਵਰ ਕਰ ਲੇਗਾ, ਮੈਟਾਸਟੈਟਿਕ ਫਾਰਮ ਦੇ ਵਿੱਚ ਇਹ ਕੀ ਆ ਅਨਦਰ ਬਾਡੀ ਦੇ ਕਿਸੇ ਵੀ ਪਾਰਟ ਦੇ ਡਿਸਟੈਂਟ ਏਰੀਆ ਦੇ ਵਿੱਚ ਵੀ ਇਹ ਸਪਰੈਡ ਹੋ ਸਕਦਾ। ਨੈਕਸਟ ਇਸ ਆ ਗਿਆ ਰਿਸਕ ਫੈਕਟਰ। exact causes is unknown, it's depend on the etiology ਕੀ ਹੈ ਕਿ ਪੇਸ਼ੈਂਟਸ ਦਾ ਲਾਈਫਸਟਾਈਲ ਵੀ ਹੋ ਸਕਦਾ ਹੈ, ਹੈਰੀਡਿਟਰੀ ਵੀ ਹੋ ਸਕਦਾ ਹੈ ਜਾਂ ਫਿਰ ਉਹਨੂੰ ਕੀ ਹੈ ਡਿਵੈਲਪਿੰਗ ਪ੍ਰੋਬਲਮਸ ਵੀ ਹੋ ਸਕਦੀਆਂ ਨੇ। ਏਜ ਮੋਸਟ ਆਰ ਏਜ 70 ਔਰ 올ਡਰ, ਜਿਹੜਾ 70 ਇਅਰਸ ਤੋਂ ਪਲੱਸ ਏਜ ਆ ਜਿਹੜੇ ਪਰਸਨਸ ਦੀ ਡੀਜਨਰੇਟਿਵ ਮੋਡ ਦੇ ਵਿੱਚ ਜਿਹਦੇ ਵਿੱਚ ਕੀ ਹੈ ਸੈਲ ਡਿਸਟਰੋਇਡ ਹੋ ਰਹੇ ਨੇ ਉਸ ਪਰਸਨ ਨੂੰ ਹੋ ਸਕਦਾ, ਜਾਂ ਫਿਰ ਸੈਕਸ ਮੈਨ ਆਰ ਮੋਸਟ ਲਾਈਕਲੀ ਦੈਨ ਦਾ ਵੀਮਨਸ। ਮੈਨਸ ਨੇ ਜਿੱਦਾਂ ਕਿ ਉਹਨਾਂ ਦੇ ਲਾਈਫ ਸਟਾਈਲਸ ਹੁੰਦਾ ਸਿਗਰਟ ਸਮੋਕਿੰਗ, ਅਲਕੋਹਲ ਕੰਜ਼ੰਪਸ਼ਨਸ ਐਜ਼ ਦਾ ਕੰਪੇਅਰ ਆਫ ਵੀਮਨਸ, ਸੋ ਉਸ ਫਾਰਮ ਦੇ ਵਿੱਚ ਜ਼ਿਆਦਾ ਕੀ ਆ ਮੈਨ ਨੇ ਜਿਹੜੇ ਉਹ ਜ਼ਿਆਦਾ ਪ੍ਰੋਨ ਟੂ ਹੁੰਦੇ ਨੇ ਸਟਮਕ ਕੈਂਸਰ ਦੇ ਲਈ। ਨੈਕਸਟ ਇਸ ਆ ਗਿਆ ਰੇਸ। ਮੋਰ ਕਾਮਨਲੀ ਇਨ ਏਸ਼ੀਆ, ਪੈਸੀਫਿਕ ਇਜ਼ਲੈਂਡਰ, ਹਿਸਪੈਨਿਕ ਐਂਡ ਅਫਰੀਕਨ ਅਮਰੀਕਨਸ। ਮੋਸਟਲੀ ਇਹਨਾਂ ਲੋਕਾਂ ਦੇ ਵਿੱਚ ਜ਼ਿਆਦਾ ਹੈ ਕਿ ਮੋਰ ਕਾਮਨ ਇਨ ਏਸ਼ੀਅਨਸ ਜਾਂ ਫਿਰ ਇਸ ਏਰੀਆ ਦੇ ਵਿੱਚ ਜਿਹੜੇ ਲੋਕ ਅਫਰੀਕਨ ਅਮਰੀਕਨਸ ਨੇ ਉਹਨਾਂ ਦੇ ਵਿੱਚ ਜ਼ਿਆਦਾ ਪਾਇਆ ਜਾ ਰਿਹਾ। ਨੈਕਸਟ ਇਜ਼ ਡਾਈਟ ਹਾਈ ਇਨ ਫੂਡ ਦੈਟ ਆਰ ਸਮੋਕਡ, ਸਾਲਟਡ ਐਂਡ ਪਿਕਲਡ। ਜਿਹੜੇ ਪਰਸਨ ਸਪਾਈਸੀ ਫੂਡ ਲਾਈਕ ਫਾਰਮ ਦੇ ਵਿੱਚ ਜਿਹੜਾ ਜ਼ਿਆਦਾ ਲੈਂਦੇ ਨੇ, ਜਿੱਦਾਂ ਕੀ ਆ ਸਮੋਕਡ, ਸੈਲਟਡ ਜਾਂ ਫਿਰ ਪਿਕਲਡ ਫਾਰਮ ਦੇ ਵਿੱਚ ਜ਼ਿਆਦਾ ਡਾਈਟ ਹੈ ਜਿਹੜੀ ਉਹ ਇਨਟੇਕ ਕਰਦੇ ਆ, ਸਮੋਕਿੰਗ ਕਰਦੇ ਆ, ਉਹ ਫਾਰਮ ਦੇ ਵਿੱਚ ਜਿਹੜੇ ਲੋਕਾਂ ਡਾਈਟ ਲੈਂਦੇ ਨੇ ਉਹਦੇ ਨਾਲ ਕੀ ਆ ਉਹਨਾਂ ਦੇ ਈਜ਼ੀਲੀ ਜਿਹੜੀ ਮਿਊਕੋਜ਼ਲ ਆ ਉਹ ਬਰਨ ਹੋ ਜਾਂਦੀ ਹੈ, ਇਨਰ ਸਾਈਡਡ ਪੈਪਟਿਕ ਅਲਸਰ ਡਿਵੈਲਪ ਹੋ ਜਾਂਦੇ ਆ ਜ਼ਿਆਦਾ ਸਪਾਈਸੀ ਫੂਡ ਨਾਲ, ਸੋ ਫਰਦਰ ਉਹ ਅਲਸਰ ਨੇ ਜਿਹੜੇ ਉਹ ਸਟਮਕ ਕੈਂਸਰ ਦੀ ਫਾਰਮ ਦੇ ਵਿੱਚ ਕਨਵਰਟ ਹੋ ਜਾਂਦੇ ਆ। ਹੈਲੀਕੋਬੈਕਟਰ ਪੋਲਰਿਕ ਇਨਫੈਕਸ਼ਨਸ ਰਾਈਜ਼ ਦ ਰਿਸਕ ਆਫ ਦ ਸਟਮਕ ਇਨਫਲੇਮੇਸ਼ਨ ਐਂਡ ਸਟਮਕ ਅਲਸਰ। ਹੁਣ ਜਦੋਂ ਸਟਮਕ ਇਨਫਲੇਮੇਟਰੀ ਫਾਰਮ ਦੇ ਵਿੱਚ ਜਦੋਂ ਬੈਕਟੀਰੀਅਲ ਗਰੋਥ ਦੇ ਇਨਹੈਂਸ ਹੋਣ ਦੇ ਨਾਲ ਉੱਥੇ ਇਨਫਲੇਮੇਟਰੀ ਫਾਰਮ ਆ ਜਾਊਗਾ, ਜਿਹਦੇ ਕਰਕੇ ਕੀ ਹੈ ਸਟਮਕ ਦੇ ਵਿੱਚ ਅਲਸਰ ਫਾਰਮੇਸ਼ਨ ਆ ਜਿਹੜੀ ਉਹ ਇਨਹੈਂਸ ਹੋ ਜੂਗੀ। ਜਦੋਂ ਸਟਮਕ ਦੇ ਵਿੱਚ ਅਲਸਰ ਫਾਰਮੇਸ਼ਨ ਜਿਹੜੀ ਇਨਹੈਂਸ ਹੋ ਗਈ ਤਾਂ ਪੇਸ਼ੈਂਟਸ ਦੇ ਵਿੱਚ ਕੀ ਆ ਕਿ ਫਰਦਰ ਉਸ ਨੂੰ ਸਟਮਕ ਕੈਂਸਰ ਹੋਣ ਦੇ ਚਾਂਸਸ ਬਣ ਸਕਦੇ ਆ। ਨੈਕਸਟ ਆ ਗਿਆ ਸਮੋਕਿੰਗ। ਪੀਪਲ ਹੂ ਸਮੋਕ ਮੋਰ ਐਟ ਰਿਸਕ, ਜਿਹੜੇ ਪਰਸਨਸ ਕੀ ਹੈ ਸਮੋਕਿੰਗ ਜ਼ਿਆਦਾ ਕਰਦੇ ਆ ਉਹਨਾਂ ਦੇ ਵਿੱਚ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਉਹਨਾਂ ਦੇ ਵਿੱਚ ਕੈਂਸਰ ਹੈ ਜਿਹੜਾ ਉਹ ਫਰਦਰ ਜ਼ਿਆਦਾ ਡਿਵੈਲਪ ਹੋ ਸਕਦਾ। ਸਰਟੇਨ ਹੈਲਥ ਪ੍ਰੋਬਲਮ, ਸਟਮਕ ਸਰਜਰੀਜ਼ ਹੋ ਗਿਆ, ਕ੍ਰੋਨਿਕ ਗੈਸਟਾਈਟਿਸ ਹੋ ਗਿਆ, ਪੈਨਕ੍ਰਾਈਸਿਸ ਅਨੀਮੀਆ ਹੋ ਗਿਆ। ਪ੍ਰੀਨਾਂਸੀਅਸ ਅਨੀਮੀਆ ਦੇ ਵਿੱਚ ਕੀ ਹੁੰਦਾ ਕਿ ਵਿਟਾਮਿਨ B ਡਿਵੈਲਪਸ ਦੀ ਡੈਫੀਸ਼ੀਐਂਸੀ ਨਾਲ ਅਨੀਮੀਆ ਹੋ ਗਿਆ ਪੇਸ਼ੈਂਟਸ ਨੂੰ, ਜਾਂ ਫਿਰ ਕ੍ਰੋਨਿਕ ਗੈਸਟਾਈਟਿਸ ਹੋ ਗਿਆ, ਇਨਫਲੇਮੇਸ਼ਨਸ ਆਫ ਦੀ ਜਿਹੜੀ ਸਟਮਕ ਹੈ ਉਹ ਸੀਵੀਅਰ ਕੰਡੀਸ਼ਨ 'ਚ ਹੈ, ਅਲਸਰ ਫਾਰਮੇਸ਼ਨ ਹੋ ਰਹੀ ਹੈ, ਸੋ ਪੇਸ਼ੈਂਟਸ ਨੂੰ ਨੰਬਰ ਆਫ ਹੈਲਥ ਕੰਡੀਸ਼ਨਸ ਕਰਕੇ ਕੀ ਹੈ ਫਰਦਰ ਪੇਸ਼ੈਂਟਸ ਨੂੰ ਸਟਮਕ ਦਾ ਕੈਂਸਰ ਹੋ ਸਕਦਾ ਹੈ। ਨੈਕਸਟ ਇਸ ਦਾ ਫੈਮਿਲੀ ਹਿਸਟਰੀ ਆ ਗਿਆ। ਰੇਅਰ ਟਾਈਪ ਆਫ ਦਾ ਸਟਮਕ ਕੈਂਸਰ ਰਨਸ ਇਨ ਸਮ ਫੈਮਿਲੀਜ਼, ਜਿਹੜੀ ਕਿ ਫਰਦਰ ਜਨਰੇਸ਼ਨ ਟੂ ਜਨਰੇਸ਼ਨ ਹੈ ਜਿਹੜਾ ਉਹ ਬਹੁਤ ਚਾਂਸਸ ਘੱਟ ਹੁੰਦੇ ਨੇ, ਬਟ ਰੇਅਰ ਟਾਈਪ ਹੈ ਜਿਹੜੀ ਇਹਦੀ ਫਰਦਰ ਆ ਫੈਮਿਲੀ ਟੂ ਫੈਮਿਲੀ ਇਹ ਸਪਰੈਡ ਹੁੰਦਾ। ਸਿੰਪਟਮਸ ਕੀ ਆ? ਦ ਅਰਲੀ ਸਟਮਕ ਕੈਂਸਰ ਨੋ ਕਲੀਅਰ ਸਿੰਪਟਮ। ਫਸਟ ਫਾਰਮ ਦੇ ਵਿੱਚ ਜਦੋਂ ਸਟੇਜਿੰਗ ਹੁੰਦੀਆਂ ਨੇ TNM ਕਲਾਸੀਫਿਕੇਸ਼ਨ ਦੇ ਅਕੋਰਡਿੰਗ ਇਹਦੀ ਫਸਟ ਸਟੇਜ ਦੇ ਵਿੱਚ ਕੈਂਸਰ ਡਿਵੈਲਪ ਹੋਇਆ ਹੁੰਦਾ, ਬਟ ਉਹਦੇ ਵਿੱਚ ਕੀ ਹੈ ਕਿ ਟਿਊਮਰਸ ਗਰੋਥ ਹੈ ਜਿਹੜੀ ਉਹ ਵਿਜ਼ੂਅਲਾਈਜ਼ ਨਹੀਂ ਹੁੰਦੀ ਔਰ ਟਿਊਮਰਸ ਦੇ ਜਿਹੜੇ ਸਿੰਪਟਮਸ ਨੇ ਉਹ ਨਹੀਂ ਹੋਣਗੇ। डिस्कम्फर्ट इन द स्टमक एरिया, जिवें जिवें TNM क्लासिफिकेशंस ਉਹਦੀ ਗ੍ਰੇਡਿੰਗ ਏਰੀਆ ਵਧਦਾ ਜਾਏਗਾ ਉਦਾਂ ਉਦਾਂ ਉਹਦੇ ਸਿੰਪਟਮ ਸੀਵੀਅਰ ਹੋਣਗੇ। ਲਾਈਕ ਦੈਟ ਕੀ ਫਸਟ ਇਜ਼ ਡਿਸਕੰਫਰਟਿੰਗ, ਨਾਰਮਲੀ ਚੇਂਜਸ ਹੋਣਗੀਆਂ ਸਟਮਕ ਦੇ ਨਾਰਮਲ ਫੰਕਸ਼ਨਸ ਦੇ ਵਿੱਚ।
feeling full or bloated after a small meal, patient की है small meal ਦੀ intake ਤੋਂ ਬਾਅਦ ਚੋਂ ਹੀ bloated ਲੱਗੇਗਾ, fullness ਹੋਏਗੀ patients ਨੂੰ। ਸੋ ਇਹਦੇ ਕਰਕੇ small discomfortable ਹੈ ਜਿਹੜਾ stomach functioning ਆ ਉਹ first stage ਦੇ ਵਿੱਚ symptoms ਨੇ ਜਿਹੜੇ ਉਹ visualized ਹੋਣਗੇ। further ਜਿੱਦਾਂ ਜਿੱਦਾਂ symptoms severe ਹੋਣਗੇ nausea and vomiting। ਹੁਣ patients ਨੂੰ ਕੀ ਹੈ ਕਿ ਡਾਈਟ ਮੀਲ ਲੈਣ ਤੋਂ ਬਾਅਦ ਚੋਂ nausea ਤੇ vomit ਹੈ ਜਿਹੜਾ ਉਹ ਕੰਟੀਨਿਊ ਫਾਰਮ ਦੇ ਵਿੱਚ ਹੋਏਗਾ। ਜਦੋਂ ਪੇਸ਼ੈਂਟਸ ਨੂੰ nausea and vomiting ਹੈ ਤਾਂ ਪੇਸ਼ੈਂਟਸ ਦੀ ਇਨਟੇਕ ਆ ਉਹ ਰਿਡਿਊਸ ਹੋ ਜਾਣੀ ਹੈ ਔਰ ਪੇਸ਼ੈਂਟ ਨੂੰ ਐਨੋਰੈਕਸੀਆ ਹੋ ਜਾਣਾ। ਜਦੋਂ ਪੇਸ਼ੈਂਟਸ ਦੀ ਇਨਟੇਕ ਆ ਜਿਹੜੀ ਡਾਈਟ ਆ ਉਹ ਰਿਡਿਊਸ ਹੋਣੀ ਹੈ ਤਾਂ ਪੇਸ਼ੈਂਟਸ ਦਾ weight loss ਆ ਜਿਹੜਾ ਉਹ ਹੋਣਾ। ਅਦਰ ਹੈਂਡ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਸੱਚ ਐਜ਼ ਅਲਸਰ ਔਰ ਇਨਫੈਕਸ਼ਨ। ਪੇਸ਼ੈਂਟਸ ਦੇ ਵਿੱਚ ਅਲਸਰ ਫਾਰਮੇਸ਼ਨ ਹੋ ਚੁੱਕੀ ਹੈ ਇਨਸਾਈਡ ਆਫ ਦਾ ਸਟਮਕ। ਇਸ ਤੋਂ ਅੱਗੇ ਅਲਸਰ ਫਾਰਮ ਹੈ ਜਿਹੜਾ ਉਹਦੇ ਵਿੱਚ ਬੈਕਟੀਰੀਅਲ ਗਰੋਥ ਹੋਊਗੀ ਜਿਹੜੀ ਫਰਦਰ ਪਸ ਫਾਰਮੇਸ਼ਨਸ ਜਾਂ ਫਿਰ ਪਾਇਲੋਰਿਕ ਸਿਟਨੋਸਿਸ ਨੂੰ ਇਨਹੈਂਸ ਕਰੂਗੀ। ਪਾਇਲੋਰਿਕ ਸਿਟਨੋਸਿਸ ਦੇ ਵਿੱਚ ਕੀ ਆ ਕਿ ਡਿਫਰੈਂਸ ਹੈ ਕਿ ਉਸ ਦੇ ਕਲੋਜ਼ਿੰਗ ਆਫ ਦਾ ਜਿਹੜਾ ਸਟਮਕ ਉਹ ਇਨਫਲੇਮੇਟਰੀ ਔਰ ਅਡੀਮਾ ਉਹਦੇ ਵਿੱਚ ਆ ਜਾਂਦਾ। ਬਟ ਉਹ ਜਿਹੜਾ ਅਡੀਮਾ ਹੈ ਉਹ ਕਾਹਦੇ ਕਰਕੇ ਆਉਂਦਾ, ਜਦੋਂ ਇਨਫੈਕਸ਼ਨ ਸਪਰੈਡ ਹੁੰਦਾ ਤਾਂ ਉਹ ਇਨਫਲੇਮੇਟਰੀ ਫਾਰਮ ਦੇ ਵਿੱਚ ਉੱਥੇ ਅਡੀਮਾ ਆਊਗਾ ਜਿਹਦੇ ਕਰਕੇ ਫੂਡ ਹੈ ਜਿਹੜਾ ਫਰਦਰ ਪਾਸ ਨਹੀਂ ਹੋਊਗਾ, ਪ੍ਰੋਪਰਲੀ ਚਿਊ ਨਹੀਂ ਹੋਊਗਾ ਔਰ ਸਟਮਕ ਦੇ ਵਿੱਚ ਕੀ ਹੈ ਰੈਡਨੈਸ ਔਰ ਟੈਂਡਰਨੈਸ ਹੈ ਜਿਹੜੀ ਉਹ ਡਿਵੈਲਪ ਜ਼ਿਆਦਾ ਹੋਊਗੀ ਜਿਹਦੇ ਕਰਕੇ ਸੀਵੀਅਰ ਕੰਡੀਸ਼ਨ ਅੱਗੇ ਡਿਵੈਲਪ ਹੋਊਗੀ। ਡਾਇਗਨੋਸਿਸ ਦੇ ਵਿੱਚ ਕੀ ਆ ਪਰਸਨਲ ਐਂਡ ਫੈਮਿਲੀ ਹੈਲਥ ਹਿਸਟਰੀ। ਪੇਸ਼ੈਂਟਸ ਤੋਂ ਲੈਣਾ ਕਿ ਜੈਨੇਟਿਕ ਰੀਜ਼ਨ ਕਰਕੇ ਉਹਦਾ ਕੈਂਸਰ ਹੈ ਜਿਹੜਾ 1 ਜਨਰੇਸ਼ਨ ਟੂ 2 ਜਨਰੇਸ਼ਨ ਸਪਰੈਡ ਹੋ ਰਿਹਾ ਜਾਂ ਉਹਦੀ ਪਰਸਨਲ ਹਿਸਟਰੀ ਦੇ ਵਿੱਚ ਡਾਈਟ ਪਲਾਨ ਕੀ ਆ, ਪੇਸ਼ੈਂਟ ਸਮੋਕਿੰਗ ਕਰਦਾ, ਅਲਕੋਹਲ ਲੈ ਰਿਹਾ, ਡਾਈਟ ਦੇ ਵਿੱਚ ਕਿੱਦਾਂ ਦਾ ਡਾਈਟ ਲੈ ਰਿਹਾ, ਜ਼ਿਆਦਾ ਸਾਲਟੀ ਡਾਈਟ ਲੈ ਰਿਹਾ, ਯੰਗ ਫੂਡਸ ਲੈ ਰਿਹਾ। ਸੋ ਉਸ ਦੀ ਪ੍ਰੋਪਰ ਹਿਸਟਰੀ ਹੈ ਜਿਹੜੀ ਉਹ ਪੇਸ਼ੈਂਟ ਤੋਂ ਲੈਣੀ ਆ। ਨੈਕਸਟ ਆ ਗਿਆ ਫਿਜ਼ੀਕਲ ਐਗਜ਼ਾਮੀਨੇਸ਼ਨਸ। ਦੈਨ ਕੀ ਆ ਚੈੱਕ ਦਾ ਅਬਡੋਮਿਨ ਫॉर ਫਲੂਇਡ ਸਵੈਲਿੰਗ ਐਂਡ ਦਾ ਅਦਰ ਚੇਂਜਸ। ਹੁਣ ਇਹਦੇ ਵਿੱਚ ਕੀ ਹੈ ਕਿ ਅਬਡੋਮਿਨਲ ਐਗਜ਼ਾਮੀਨੇਸ਼ਨਸ ਦੇ ਵਿੱਚ ਅਸੀਂ ਚੈਂਪਰਸ ਫਾਰਮ ਦੇ ਵਿੱਚ ਰੀਜ਼ਨਸ ਆਫ ਦਾ ਅਬਡੋਮਿਨ ਫਾਰਮ ਦੇ ਵਿੱਚ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਦੇ ਹਾਂ। ਉਹਦੇ ਵਿੱਚ ਪਾਲਪੇਸ਼ਨ ਚ ਅਸੈਸਮੈਂਟ ਹੋਏਗਾ ਕਿ ਪੇਸ਼ੈਂਟ ਨੂੰ ਅਸਾਈਟਸ ਤਾਂ ਨਹੀਂ ਹੈ ਜਾਂ ਫਿਰ ਇਨਲਾਰਜਮੈਂਟ ਆਫ ਦਾ ਐਪੀਗੈਸਟ੍ਰਿਕ ਰੀਜਨ ਹੋਏਗਾ ਅਬਡੋਮਿਨਲ ਏਰੀਆ ਦੇ ਵਿੱਚ। ਸੋ ਉਸ ਚੀਜ਼ ਨੂੰ ਅਬਜ਼ਰਵ ਕਰਨਾ ਕਿ ਐਪੀਗੈਸਟ੍ਰਿਕ ਸਵੈਲਿੰਗ ਨੂੰ। ਫਰਦਰ ਆ ਜਾਂਦਾ ਅਪਰ ਜੀਆਈ ਸੀਰੀਜ਼, ਐਕਸ-ਰੇ ਆਫ ਦਾ ਈਸੋਫੇਗਸ ਐਂਡ ਸਟਮਕ। ਹੁਣ ਕੀ ਹੈ ਕਿ ਅਪਰ ਪੋਰਸ਼ਨਸ ਆਫ ਦਾ ਜੀਆਈ ਟਰੈਕ ਦੇ ਵਿੱਚ ਕੀ ਹੈ ਐਕਸ-ਰੇ ਔਰ ਈਸੋਫੇਗਸ ਸਟਮਕ ਦਾ ਪ੍ਰੋਪਰਲੀ ਵਿਜ਼ੂਅਲਾਈਜ਼ਡ ਕੀਤਾ ਜਾਏਗਾ ਜਿਹਦੇ ਨਾਲ ਪਤਾ ਚੱਲੇਗਾ ਉਹਦੇ ਐਨਾਟਮਿਕਲੀ ਸਟਰਕਚਰ ਆਫ ਨਾਰਮੈਲਿਟੀ ਦੇ ਵਿੱਚ। ਔਰ ਸੈਕਿੰਡ ਵਨ ਕੀ ਹੈ ਜੇ ਉਹਦਾ ਸਾਈਜ਼ ਇਨਲਾਰਜ ਹੋ ਰਿਹਾ ਜਾਂ ਰੈਡਨੈਸ ਸਵੈਲਿੰਗ ਹੈ ਜਿਹੜੀ ਉਹ ਉਸ ਨੂੰ ਅਬਜ਼ਰਵ ਹੋ ਜਾਏਗਾ। ਨੈਕਸਟ ਆ ਜਾਂਦਾ ਇੰਡੋਸਕੋਪੀ। ਇੰਡੋਸਕੋਪੀ ਕੀ ਹੈ ਕਿ ਟਿਊਬਿੰਗ ਫਾਰਮ ਦੇ ਵਿੱਚ ਹੁੰਦਾ ਜਿਹਦੇ ਵਿੱਚ ਕੀ ਆ ਕੈਮਰਾ ਲੱਗਿਆ ਹੁੰਦਾ ਜਿਹੜੀ ਕਿ ਇਨਰ ਸਾਈਡਡ ਆਫ ਦਾ ਸਟਮਕ ਆ ਉਹਨੂੰ ਲਾਈਨਿੰਗ ਨੂੰ ਈਜ਼ੀਲੀ ਵਿਜ਼ੂਅਲਾਈਜ਼ਡ ਕਰ ਲੈਂਦੀ ਹੈ ਐਂਡ ਰਿਕਾਰਡ ਕਰ ਲੈਂਦੀ ਹੈ ਜਿਹਦੇ ਨਾਲ ਅਲਸਰ ਫਾਰਮੇਸ਼ਨ ਜਾਂ ਇਨਰ ਸਾਈਡਡ ਜਿਹੜੀ ਕੀ ਆ ਸਕਿਨ ਦਾ ਡੈਮੇਜਿੰਗ ਪ੍ਰੋਸੈਸ ਹੈ ਜਾਂ ਬਿਨਾਈਨ ਟਿਸ਼ੂਜ਼ ਦੀ ਗਰੋਥ ਹੈ ਉਹ ਈਜ਼ੀਲੀ ਵਿਜ਼ੂਅਲਾਈਜ਼ਡ ਹੋ ਜਾਂਦੀ ਹੈ ਐਂਡ ਆਇਡੈਂਟੀਫਾਈ ਹੋ ਜਾਂਦਾ ਪੇਸ਼ੈਂਟ ਦਾ ਡਾਇਗਨੋਸ। ਬਾਇਓਪਸੀ ਚੈੱਕ tissue sample under a microscopic for the cancer cell। ਹੁਣ ਜੋ ਪੇਸ਼ੈਂਟਸ ਦੇ ਵਿੱਚ ਜਿਹੜੇ ਸੈਲਸ ਦੀ ਅਬਨੋਰਮਲ ਗਰੋਥ ਹੈ ਇਸ ਦਾ ਕੈਂਸਰਸ ਗਰੋਥ ਔਰ ਨਾਨ ਕੈਂਸਰਸ ਗਰੋਥ ਹੈ ਜਿਹੜੀ ਉਸ ਦੀ ਆਇਡੈਂਟੀਫਾਈ ਕਰਨ ਦੇ ਲਈ ਪੇਸ਼ੈਂਟਸ ਦੇ ਬਾਇਓਪਸੀ ਉਸ ਟਿਸ਼ੂ ਪੀਸ ਨੂੰ ਲੈਬੋਰੇਟਰੀਜ਼ ਦੇ ਵਿੱਚ ਭੇਜਿਆ ਜਾਂਦਾ ਤਾਂ ਕਿ ਕਲੀਅਰਫਾਈਡ ਕਰਨ ਦੇ ਲਈ ਕਿ ਕੈਂਸਰਸ ਸੈਲਸ ਦੀ ਟਾਈਪ ਔਰ ਕੈਂਸਰਸ ਗਰੋਥ। Further, another test, blood test, CBC to check for the anemia and how the liver is working। Patients ਦਾ liver functioning ਕਿੱਦਾਂ ਦਾ ਆ ਰਿਹਾ, ਉਹਨੂੰ ਕੀ ਆ anemia ਹੋ ਰਿਹਾ ਤੇ ਉਹਦੇ patients ਦੇ ਵਿੱਚ properly observations ਹੋ ਰਹੀ ਹੈ ਕਿ vitamin B deficiency ਹੈ ਜਾਂ ਕਿਸੇ particular form ਦੇ ਵਿੱਚ ਕੀ ਆ vitamins ਦੀ deficiency ਹੈ, nutrients ਨੇ ਜਿਹੜੇ patients ਨੂੰ properly ਨਹੀਂ ਮਿਲ ਰਹੇ। ਸੋ ਇਸੇ form ਦੇ ਵਿੱਚ ਅਸੀਂ patients ਦਾ liver testing ਕਰਵਾਵਾਂਗੇ, blood test ਹੋਏਗਾ। ਚੈਸਟ ਐਕਸਰੇ ਦੇ ਵਿੱਚ ਕੀ ਹੈ ਚੈੱਕ ਫॉर ਦਾ ਟਿਊਮਰ ਇਨ ਦਾ ਲੰਗਸ। ਜਿਹੜਾ ਫਰਦਰ ਕੀ ਹੈ ਚੈਸਟ ਐਕਸਰੇ ਹੋਏਗਾ ਕਿ ਉਸ ਏਰੀਆ ਦੇ ਵਿੱਚ ਮੈਟਾਸਟੈਟਿਕ ਫਾਰਮ ਦੇ ਵਿੱਚ ਜਿਹੜਾ ਕੈਂਸਰ ਆ ਉਹ ਫਰਦਰ ਜੇ ਸਿੰਪਟਮ ਦਿਖਦੇ ਨੇ ਪੇਸ਼ੈਂਟਸ ਨੂੰ ਲੰਗਸ ਡਿਫਿਕਲਟੀ ਬ੍ਰੀਥਿੰਗ ਡਿਫਿਕਲਟੀਜ਼ ਦੇ ਤਾਂ ਐਕਸਰੇ ਅਪਰ ਫਾਰਮ ਦੇ ਵਿੱਚ ਇੰਡੀਕੇਟ ਕਰੂਗਾ ਕਿ ਆ ਲੰਗਸ ਦੇ ਵਿੱਚ ਕੋਈ ਅਬਨੋਰਮੈਲਿਟੀ ਨੂੰ। ਸਿਟੀ ਸਕੈਨ ਐਂਡ ਡਿਟੇਲਡ ਪਿਕਚਰ ਆਫ ਦਾ ਆਰਗਨ। ਹੁਣ ਸਿਟੀ ਸਕੈਨ ਕੀ ਕਰੇਗੀ ਪ੍ਰੋਪਰਲੀ ਡਿਟੇਲਡ ਟਿਸ਼ੂ ਸਕਾਰ ਜਿਹੜੇ ਉਹਦੇ ਸਰਾਊਂਡਿੰਗ ਆਰਗਨਸ ਦੀ ਸਟਰਕਚਰ ਉਹ ਸਾਰੇ ਨੂੰ ਪ੍ਰੋਪਰਲੀ ਡਿਟੇਲ ਹੈ ਜਿਹੜੀ ਪ੍ਰੋਵਾਈਡ ਕਰੂਗੀ ਰਿਗਾਰਡਿੰਗ ਟੂ ਦਾ anatomical and physiological changes ਦੇ ਵਿੱਚ। ਨੈਕਸਟ ਇਜ਼ ਦਾ ਇੰਡੋਸਕੋਪਿਕ ਅਲਟਰਾਸਾਊਂਡ। ਇੰਡੋਸਕੋਪਿਕ ਅਲਟਰਾਸਾਊਂਡ ਦੇ ਵਿੱਚ ਕੀ ਹੈ ਕਿ ਵੇਵਸ ਦੇ ਥਰੂ ਪ੍ਰੋਡਿਊਸ ਹੋਣ ਤੋਂ ਬਾਅਦ ਚੋਂ ਕੀ ਹੈ ਸਟਮਕਸ ਦੀਆਂ ਲੇਅਰਸ ਨੇ ਜਿਹੜੀਆਂ ਉਹਨਾਂ ਨੂੰ ਆਬਜ਼ਰਵ ਕੀਤਾ ਜਾਏਗਾ ਵਿਦ ਦਾ ਇੰਡੋਸਕੋਪੀ।
Second is a laparoscopy is a small incision into the abdomen that surgeon may remove the lymph node to take the tissue sample for the biopsy. डायरेक्टली ਆਪਾਂ ਕੀ ਹੈ एंडोस्कोपिक फॉर्म ਦੇ ਨਾਲ ਬਾਇਓਪਸੀ ਪੀਸ ਵੀ ਲੈ ਸਕਦੇ ਹਾਂ। ਤਾਂ ਨੈਕਸਟ ਵਨ ਆ ਜਾਂਦਾ ਲੈਪਰੋਸਕੋਪੀ ਜਿਹਦੇ ਵਿੱਚ ਕੀ ਹੈ ਸਮਾਲ ਇਨਸੈਸ਼ਨਸ ਦੇ ਥਰੂ ਕੀ ਹੈ ਸਮਾਲ ਲਿੰਫ ਨੋਡ ਜਿਹੜੀਆਂ ਸਟਮਕ ਦੇ ਏਰੀਆ ਦੇ ਵਿੱਚ ਨੇ ਮੀਨਸ ਲੋਅਰ ਐਬਡੋਮੀਨਲ ਏਰੀਆ ਦੇ ਥਰੂ ਅਸੀਂ ਉਸ ਨੂੰ ਇਨਸੈਸ਼ਨਸ ਦੇ ਕੇ ਉਸ ਲਿੰਫ ਨੋਡਸ ਦੇ ਏਰੀਆ ਨੂੰ ਬਾਇਓਪਸੀ ਲਈ ਸੈਂਪਲ ਲਈ ਭੇਜ ਸਕਦੇ ਹਾਂ। ਨੈਕਸਟ ਆ ਗਿਆ ਸਟੇजेस ਆਫ ਦ ਸਟਮਕ ਕੈਂਸਰ। Stage 0 cancer found only in the inner layer of the stomach but no symptom. Second आ गया stage 1 tumor invaded only the submucosa cancer cell may be found in up to 6 lymph nodes surrounding area ਤੇ ਆ cancer clear ਹੋ ਗਿਆ। tumor invaded the muscles layer of the suberosa ਹੁਣ ਜਿਹੜਾ tumor ਹੈ ਉਹ suberosa ਦੀ muscles layer ਤੱਕ involved ਹੋ ਗਿਆ। Cancer cells have no spread to the lymph node and other organs. ਹੁਣ ਕੈਂਸਰ ਹੈ ਜਿਹੜਾ ਉਹ ਕੀ ਆ lymph node ਤੱਕ ਸਪਰੈਡ ਨਹੀਂ ਹੋਇਆ ਜਾਂ ਫਿਰ ਕਿਸੇ ਵੀ another organs ਦੇ ਵਿੱਚ ਵੀ ਆ ਸਪਰੈਡ ਨਹੀਂ ਹੋ ਰਿਹਾ। Stage 2 tumor has invaded only to the submucosal cancer cell have spread to 7 to 15 lymph nodes. ਲਿੰਫ ਨੋਡ ਦੇ ਵਿੱਚ ਸਪਰੈਡ ਹੋਇਆ ਲਿੰਫੈਟਿਕ ਸਿਸਟਮ ਦੇ ਸਰਕੂਲੇਸ਼ਨ ਚ ਨਹੀਂ ਆਇਆ ਹਲੇ। ਲਿੰਫ ਨੋਡਸ ਤੋਂ ਅੱਗੇ ਆ ਗਿਆ ਟਿਊਮਰ ਹੈਜ਼ ਇਨਵੈਡਡ ਦਾ ਮਸਲਸ ਲੇਅਰ ਆਫ ਦਾ ਸਿਰੋਸਾ ਕੈਂਸਰ ਆਲਸੋ ਹੈਵ ਸਪਰੈਡ 1 to 6 ਲਿੰਫ ਨੋਡ। ਹੁਣ ਜਦੋਂ ਉਸ ਏਰੀਆਜ਼ ਦੀਆਂ ਮਸਲਸ ਲੇਅਰ ਦੇ ਵਿੱਚ ਆ ਗਿਆ ਉਸ ਤੋਂ ਅੱਗੇ ਉਹਦੇ ਵਿੱਚ 5 to 6 ਲਿੰਫ ਨੋਡ ਦੇ ਵਿੱਚ ਹੋਰ ਅੱਗੇ ਸਪਰੈਡ ਹੋ ਗਿਆ। ਟਿਊਮਰ ਹੈਜ਼ ਪੈਨੀਟ੍ਰੇਟਡ ਆਊਟਰ ਲੇਅਰ ਆਫ ਦਾ ਸਟਮਕ। ਹੁਣ ਟਿਊਮਰ ਇਨਰ ਸਾਈਡਡ ਤੋਂ ਸ਼ੁਰੂ ਹੋ ਕੇ ਆਊਟਰ ਲੇਅਰ ਤੱਕ ਡੈਪਥ ਤੱਕ ਚਲਿਆ ਗਿਆ। Cancer walls has not spread to the lymph node and other organ. Cancer cells ਨੇ ਜਿਹੜੇ ਉਹ ਹਲੇ ਸਰਕੂਲੇਟ ਕਰਨਾ ਨਹੀਂ ਸ਼ੁਰੂ ਕੀਤਾ ਜਿਹੜੇ ਕੀ ਆ ਫਾਈਂਡ ਆਊਟ ਹੋ ਰਹੇ ਨੇ ਸਰਾਊਂਡਿੰਗ ਏਰੀਆ ਦੇ ਬਟ ਸਰਕੂਲੇਟ ਨਹੀਂ ਕਰ ਰਹੇ ਹੋਰ ਲਿੰਫ ਨੋਡ ਜਾਂ ਫਿਰ ਹੋਰ ਆਰਗਨ ਤੱਕ ਉਹ ਸਰਕੂਲੇਟ ਨਹੀਂ ਹੋ ਰਹੇ। ਨੈਕਸਟ ਆ ਗਿਆ ਸਟੇਜ 3 ਟਿਊਮਰ ਹੈਜ਼ ਇਨਵੈਡਡ ਦਾ ਮਸਲ ਲੇਅਰ ਆਫ ਦਾ ਸਿਰੋਸਾ। ਹੁਣ ਸਿਰੋਸਿਸ ਦੀਆਂ ਮਸਲਸ ਲੇਅਰ ਨੂੰ ਪ੍ਰੋਪਰਲੀ ਇਨਵੋਲਵਡ ਹੋ ਗਿਆ ਬਟ ਇੱਥੇ ਕੀ ਹੋਏਗਾ 7 to 50 ਲਿੰਫ ਨੋਡਸ। ਹੁਣ ਇਹਦੇ ਵਿੱਚ ਲਿੰਫ ਨੋਡਸ ਨੇ ਜਿਹੜੀਆਂ ਉਹ ਜ਼ਿਆਦਾ ਸਪਰੈਡ ਹੋ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਰਹੀ ਹੈ। ਟਿਊਮਰ ਆਰ ਪੈਨੀਟ੍ਰੇਟਡ ਦਾ ਆਊਟਰ ਲੇਅਰ ਹੋ ਗਿਆ ਦੈਨ ਦਾ 5 to 15 ਲਿੰਫ ਨੋਡਸ। ਹੁਣ ਆਊਟਰ ਲੇਅਰ ਤੇ ਜਾ ਕੇ ਸਟਮਕ ਦੇ ਬਾਹਰਲੀ ਸਾਈਡ ਤੋਂ 15 ਲਿੰਫ ਨੋਡਸ ਨੂੰ ਉਹਨਾਂ ਨੇ ਕਵਰ ਕਰ ਲਿਆ। ਟਿਊਮਰ ਹੈਜ਼ ਇਨਵੈਡਡ ਨੀਅਰ ਬਾਈ ਆਰਗਨ ਸਚ ਐਸ ਟੂ ਦਾ ਲੀਵਰ ਐਂਡ ਸਪਲੀਨ। ਹੁਣ ਜਿਹੜੇ ਨੇੜੇ ਲੱਗਦੇ ਆਰਗਨਸ ਨੇ ਉਹਨਾਂ ਦੇ ਵਿੱਚੋਂ ਸਪਰੈਡ ਹੋ ਰਿਹਾ। Cancer cell have not spread to the lymph node and distant organ. ਹੁਣ ਇਹਦੇ ਵਿੱਚ ਕੀ ਹੈ ਕਿ ਸਰਾਊਂਡਿੰਗ ਏਰੀਆ ਦੇ ਆਰਗਨ ਦੇ ਨਾਲ ਉਹ ਮਤਲਬ ਮਿਲਗਨੈਂਟ ਫਾਰਮ ਦੇ ਵਿੱਚ ਆ ਗਿਆ ਸਰਾਊਂਡਿੰਗ ਏਰੀਆ ਦੇ ਨਾਲ ਕਵਰ ਹੋ ਰਿਹਾ ਬਟ ਡਿਸਟੈਂਟ ਆਰਗਨ ਜਾਂ ਡਿਸਟੈਂਸ ਲਿੰਫ ਨੋਡਸ ਤੱਕ ਉਹ ਕੀ ਹੈ ਸਪਰੈਡ ਨਹੀਂ ਹੋ ਰਿਹਾ। Stage 4 Cancer cell have spread to more than 15 lymph nodes. ਵੱਧ ਤੋਂ ਵੱਧ ਜ਼ਿਆਦਾ ਹੋ ਗਈਆਂ 15 ਤੋਂ ਉੱਪਰ ਜਾ ਕੇ ਲਿੰਫ ਨੋਡ ਦੇ ਵਿੱਚ ਕੈਂਸਰ ਆ ਜਿਹੜਾ ਸਪਰੈਡ ਹੋ ਗਿਆ। Tumor has invaded nearby organ at least one lymph node. ਹੁਣ one lymph node ਦੇ ਵਿੱਚੋਂ ਸਰਕੂਲੇਟ ਕਰਨਾ ਸ਼ੁਰੂ ਕਰ ਦਿੱਤਾ ਔਰ the second one ਕੀ ਹੈ nearby the organ ਜਿਹੜੀਆਂ ਉਸ organ ਦੇ ਨਾਲ correlated ਸੀ ਉਹਨਾਂ lymph node ਦੇ ਵਿੱਚ ਕੀ ਹੈ ਇਹ further develop ਹੋਣਾ start ਹੋ ਗਿਆ। Cancer cell have spread to the distant organ. ਹੁਣ ਜਦੋਂ lymph node ਦੇ circulation ਦੇ ਵਿੱਚ ਆ ਗਿਆ ਜਦੋਂ ਉਹ circulation form ਦੇ ਵਿੱਚ body 'ਚ ਘੁੰਮਣ ਲੱਗ ਗਿਆ ਤਾਂ ਫਿਰ ਕੀ ਹੋਏਗਾ ਉਹ distant organ ਦੇ ਉੱਤੇ ਜਾ ਕੇ ਵੀ spread ਹੋ ਸਕਦਾ। Recurrent cancer has come back. Cancer after curing ਤੋਂ ਬਾਅਦ ਚੋਂ ਵੀ ਕੈਂਸਰ ਆ ਜਿਹੜਾ ਉਹ ਡਿਵੈਲਪ ਹੋ ਸਕਦਾ। may recur in the stomach or in the another part. ਇਹਨੂੰ ਅਸੀਂ ਸਟਮਕ ਦੇ ਵਿੱਚ ਜਾਂ ਕਿਸੇ ਹੋਰ ਪਾਰਟ ਦੇ ਵਿੱਚ ਵੀ recur ਕੀਤਾ ਹੋਵੇ ਜਾਂ ਫਿਰ ਇਹਨੂੰ ਪਹਿਲਾਂ ਬੋਡੀ ਦੇ ਵਿੱਚ ਸੀ ਜਿਹੜਾ ਕਿ ਦੁਬਾਰਾ ਇੱਥੇ ਆ ਕੇ ਡਿਵੈਲਪ ਹੋ ਗਿਆ। Next is the treatment. Local therapy remove or destroy cancer or in the near of the stomach. Surgery either partial or total gastrectomy. Radiations use high energy rays to kill the cancer cell. ਜਦੋਂ ਸਟਾਰਟਿੰਗ ਫਾਰਮ ਤੇ ਆ ਬਿਨਾਂ ਇਹਦੇ ਵਿੱਚ ਅਸੀਂ ਉਸ ਨੂੰ ਕੀ ਹੈ ਉਸ ਟਿਸ਼ੂਜ਼ ਨੂੰ ਰਿਮੂਵ ਕਰਕੇ ਅਸੀਂ ਬਾਕੀ ਆਰਗਨਸ ਨੂੰ ਪ੍ਰੋਟੈਕਟ ਕਰ ਲੈਂਦੇ ਹਾਂ ਜਿਹਦੇ ਨਾਲ ਕੀ ਹੈ ਕੈਂਸਰ ਜਿਹੜਾ ਉਹ ਰਿਮੂਵਡ ਹੋ ਜਾਂਦਾ। ਫਰਦਰ ਅੱਗੇ ਸਾਡੇ ਕੋਲ ਰਹਿ ਜਾਂਦਾ ਕਿ ਜਾਂ ਤਾਂ ਹਮੇ ਪੂਰੇ ਸਟਮਕ ਨੂੰ ਪਾਰਸ਼ੀਅਲੀ ਜਿਹੜੇ ਕਿ ਏਰੀਆ ਦੇ ਵਿੱਚ ਕੈਂਸਰਸ ਗਰੋਥ ਹੈ ਜਾਂ ਫਿਰ ਕੰਪਲੀਟ ਹੀ ਉਸ ਨੂੰ ਰਿਮੂਵਡ ਕਰ ਦਿੱਤਾ ਜਾਊਗਾ। ਕੰਪਲੀਟ ਗੈਸਟ੍ਰੈਕਟਮੀ ਦੇ ਨਾਲ ਪੇਸ਼ੈਂਟਸ ਦਾ ਕੀ ਹੈ ਸਟਮਕ ਹੈ ਜਿਹੜੀ ਈਸੋਫੇਗਸ ਹੈ ਉਸ ਨੂੰ ਡਾਇਰੈਕਟਲੀ ਸਮਾਲ ਇੰਜਸ ਦੇ ਨਾਲ ਕੋਲੇਟ ਹੋ ਕੇ ਫਰਦਰ ਪੇਸ਼ੈਂਟ ਸਰਵਾਈਵ ਕਰ ਸਕਦਾ। रेडिएशंस ਦੇ ਨਾਲ ਜਿਹੜੀ ਕੈਂਸਰਸ ਗਰੋਥ ਹੈ ਉਸ ਨੂੰ ਰਿਡਿਊਸ ਕਰ ਸਕਦੇ ਆ ਔਰ ਉਸ ਰੇਡੀਏਸ਼ਨਸ ਦੇ ਨਾਲ ਸੈਲਸ ਨੂੰ ਡਿਸਟਰੋਏ ਕੀਤਾ ਜਾ ਸਕਦਾ।
नेक्स्ट आ गया सिस्टमैटिक थेरेपी द ड्रग एंटर्स द ब्लड स्ट्रम एंड डिस्ट्रॉय और कंट्रोल द कैंसर थ्रू आउट द बॉडी ਇਹਦੇ ਵਿੱਚ ਆ ਗਿਆ ਸਾਡੇ ਕੋਲ ਕੀਮੋਥੈਰੇਪੀ यूज द एंटी कैंसरस ड्रग्स कीमोथेरेपी ड्रग्स की करदियां ने कि उस सैल्स नू जाके ब्लड स्ट्रीम दे नाल सर्कुलेट करके उस सैल्स दे आउटसाइड साइड ते कोडिंग बनाउंदियां ने ते ओनू डिस्ट्रॉय करदियां ने जिहदे नाल की कैंसर ग्रोथ है जिहड़ी ओह रुक जाती है मीनस सैल एक दूसरे के कंटैक्ट च नहीं आता और सैल वा जी स्पीड है डिवाइडेशन है वो सैल की म्यूटेशन है 2 to 4 वो वाला प्रोसैस है जो उसनू रोक दिंदा जिहदे नाल की फरदर कैंसरस ग्रोथ है जी अगे स्प्रैड नहीं होंदी नैक्सट वन आ जाता पेशेंट्स दे कोल ट्रीटमेंट फॉर्म दे विच जिहड़ियां साडे कोल बेसिकली मैडिकली ट्रीटमेंट तो बिना जिहड़ियां होंदियां कंप्लीमेंटरी एंड अल्टरनेटिवली मेडिसिन जिन्होंने असीं कह दिंदे कि फॉर द जस्ट रिलैक्सेशन फॉर द पेशेंट आर द सीवियर सिम्पटम नॉट द कैंसर तो कोई इफेक्ट नहीं करेगी बट सीवियर सिम्पटम्स ने जिहड़े उन्होंने रिड्यूस कर सकती है एक्ोपंचस के नाल की जिहड़ियां ब्लॉकेज आ रही ने नर्व्स दे विच और उस एरिया दे विच पेनिंग प्रोसैस है उसनू क्योर किया जा सकता मिसाज थेरेपी है कि पेशेंट नू डिस्कंफर्टनेस ड्यूरिंग टू द वीकनेस या कीमोथेरेपी साइड इफेक्ट बॉडी दे विच फटीक और बॉडी एक हो रही है उसनू प्रोटेक्ट किया जा सकता हर्बल प्रोडक्ट्स ने जिहड़े की है हैल्प करते हैं फरदर की है जिहड़े ऑर्गनस डैमेज हो रहे हैं ड्यू टू द लाइफस्टाइल पैटर्न करके लाइक दैट की है लीवर सैल्स ने या लगा लो स्टमक सैल्स ने जो एक्सैसिव स्मोकिंग करके डैमेज होए हुए ने तो हर्बल रेमेडीज के नाल सैल्स की प्रोडक्शन है जिहड़ी उसनू मेनटेन रखा जा सकता लाइक दैट किया कोई डाइटरी पैटर्न्स दे विच हर्ब्स जिहड़ियां यूज कीतियां जा सकदियां रेमेडीज विटामिन और स्पेशल डाइट विटामिन और स्पेशल डाइट्स के नाल पेशेंट्स का जिहड़ा की है बॉडी दे विच नॉर्मली कंपोनेंट्स नू मेनटेन किया जा सकता लाइक दैट फॉर एग्जांपल जैसे कहिए पेशेंट्स नू अनीमिया हो रहा तो हुण विटामिन की है कि असीं B12 उसनू प्रोवाइड करवा के जिहड़ा उसनू प्रीनीशियस अनीमिया हो रहा उसनू प्रिवेंट किया जा सकता है और डाइट दे विच विटामिन B के कंपोनेंट्स ने जिहड़े ज़्यादा देण दे नाल पेशेंट्स दा नैचुरली की है अनीमिया हो क्योर हो सकता है नैक्सट इज आ गया विजुलाइजेशंस दे विच की है कि पेशेंट्स नू विजुलाइजेशंस दे विच एक्टिविटी मसाजिंग आईज केयरिंग प्रॉपरली स्पैक्स प्रोवाइड करवाना ये सारिया प्रॉपर केयर जी पेशेंट्स नू दिंदे हैं जिहदे नाल की है कि पेशेंट नू प्रॉपर अपनी लाइफ है जी इंजॉय कर सकता नैक्सट इज आ गया मैडिटेशन की है कि हैल्प करता एक बॉडी दे विच स्ट्रैस रिलीव करने के लिए पेशेंट्स की एक डिसीज कंडीशन है उपरों पेशेंट का स्ट्रैस लैवल हायर है तो जी डिसीज से क्योर होने का रेशो है वो रिड्यूस हो जाता ड्यू टू द पेशेंट्स एंजाइटी लैवल इनहेंस होने के नाल पेशेंट्स का नर्वस सिस्टम इफेक्टेड होंदा सो इस करके असीं पेशेंट्स नूं मैडिटेशन के नाल जिहड़ा उहदा इंट्राक्रैनियल प्रैशर हायर हो रहा स्ट्रैस लैवल हायर हो रहा उसनूं रिड्यूस किया जा सकता है नैक्सट आ जिदा साडे कोल स्पिरिचुअल हीलिंग जिदा कि असीं उसनूं एक्सप्लेनेशंस दे थ्रू उसनूं स्पिरिचुअल दे रिगार्डिंग कुछ एग्जांपल्स दिंदे आ उहनूं असीं मोटिवेट करदे आ सो जिहदे नाल पेशेंट्स दे विच की पॉजिटिव थॉट्स हुंदे ने पॉजिटिव थॉट्स दे नाल पेशेंट इहदा विल पावर इनहेंस हुंदी है उहदा कॉन्फिडेंस लैवल हायर हुंदा मीनस उहदे नाल पेशेंट्स दे विच की मोटिवेशन मिलदी है टू रिगार्डिंग टू द ट्रीटमेंट एंड लाइफस्टाइल दे लई फरदर आ जांदे नर्सिंग मैनेजमेंट ऑफ द पेशेंट्स दे First one, discuss the situation and provide information about all the procedure and treatment. First one is that कि patients ਨੂੰ accurate knowledge होनी चाहिए सो एक्यूरेट नॉलेज चाहे वो ड्रॉबैक वो पॉजिटिव बट द पॉजिटिव जिन्ने वो ज़्यादा होंगे पेशेंट्स को उन्ना उसका फेथ है जो डिवेलप होएगा सो इस फॉर्म के पेशेंट्स का एंजाइटी लैवल रिड्यूस होएगा जिन्ने पेशेंट्स की क्वेरीज ने रिगार्डिंग टू द ट्रीटमेंट सो नर्स को प्रॉपरली नॉलेज होनी चाहिए ट्रीटमेंट के रिगार्डिंग ताकि पेशेंट्स दी जिहड़ियां क्वेरीज ने उसनू क्लीयर कर सके हेल्पलाइन टॉक अबाउट फीलिंग्स और कंसर्नस अबाउट इलनेस हुण असीं पेशेंट्स नूं की करदे हां कि उहदियां जिहड़ियां फीलिंग्स ने रिगार्डिंग टू द ट्रीटमेंट और रिगार्डिंग टू द इलनेस उस दे बारे उन्हां नूं एक्सप्रैस करना सीखे एक्सप्रैस किहड़े बिहाफ ते करेगा जदों स्टाफ नर्स और पेशेंट्स दे विच की गुड IPR होएगा सो IPR दे गुड फॉर्म दे नाल की है कि पेशेंट्स अपनियां जिहड़ियां फीयर है उसनू स्टाफ के नाल शेयर करेगा रिगार्डिंग टू द इलनेस तो उसनू सैटिस्फैक्टरी लैवल तक लेके जाना दैट इज द रिस्पोंसिबिलिटी ऑफ द गुड नर्स डिस्कस करंट एंड प्लान ट्रीटमेंट मेजर पेशेंट्स के नाल जो प्रोसीजर तुसी करन जा रहे हो वो तो एक्सप्लेन करना ही करना द नेक्स्ट वन इज टू द प्लान प्रोसीजर जिद्दां कि असीं कीमोथेरेपी मेडिकेशन है
ਕੀਮੋਥੈਰੇਪੀ ਮੈਡੀਕੇਸ਼ਨਸ ਦੇ ਵਿੱਚ ਅਸੀਂ ਪ੍ਰੋਪਰਲੀ ਡੋਜ਼ ਕੈਲਕੂਲੇਟ ਕਰਦੇ ਹਾਂ, ਜਿਹਦੇ ਵਿੱਚ ਅਸੀਂ ਪੇਸ਼ੈਂਟਸ ਨੂੰ ਦੱਸਦੇ ਹਾਂ ਕਿ ਟੁਡੇ ਅੱਜ ਅਸੀਂ ਤੁਹਾਨੂੰ ਕੀਮੋਥੈਰੇਪੀ ਜਿਹੜੀ ਉਹ ਮੈਡੀਸਿਨਸ ਪ੍ਰਿਸਕ੍ਰਾਈਬ ਕਰਨ ਜਾ ਰਹੇ ਹਾਂ। ਆਫਟਰ ਜਿਹੜੀ ਨੈਕਸਟ ਡੋਜ਼ ਹੋਏਗੀ ਉਹ 2 ਡੇਜ਼ ਆ ਜਾਂ 3 ਡੇਜ਼ ਹੈ, ਉਸ ਦੇ ਬਿਹਾਫ ਤੇ ਤੁਸੀਂ ਉਸ ਨੂੰ ਪ੍ਰੋਪਰ ਪਲੈਨਿੰਗ ਹੈ ਜਿਹੜੀ ਉਹ ਦੱਸਣੀ ਆ। Stress the importance of completing the prescribed treatment. स्टाफ ने प्रॉपर फोकस करना मीन्स कि उसने उस चीज़ ਨੂੰ ਅਟੈਂਸ਼ਨ ਦੇਣੀ ਹੈ, ਇੰਪੋਰਟੈਂਸ ਆਫ ਦਾ ਕੰਪਲੀਟਿੰਗ ਦਾ ਪ੍ਰਿਸਕ੍ਰਾਈਬ ਟ੍ਰੀਟਮੈਂਟ। ਹੁਣ ਉਸ ਫਾਰਮ ਦੇ ਉੱਤੇ ਕਿ ਜਿੰਨਾ ਪ੍ਰਿਸਕ੍ਰਾਈਬਡ ਕੀਤਾ ਜਾ ਰਿਹਾ ਟ੍ਰੀਟਮੈਂਟ ਡਾਕਟਰ ਦੇ ਦੁਆਰਾ ਉਹ ਪ੍ਰੋਪਰਲੀ ਕੰਪਲੀਟ ਹੋਣਾ ਚਾਹੀਦਾ ਇਨ ਅ 1 ਡੇ। ਲਾਈਕ दैट ਵਾਈਟਲ ਸਾਈਨ 2 ਆਵਰਲੀ तो ਵਾਈਟਲ ਸਾਈਨ 2 ਆਵਰਲੀ, ਪੇਸ਼ੈਂਟ ਦੀ ਇਨਟੇਕ ਆਊਟਪੁੱਟ ਚਾਰਟ, ਪੇਸ਼ੈਂਟ ਦੀ ਕੇਅਰ, ਮੈਡੀਕੇਸ਼ਨਸ ਪ੍ਰੋਪਰਲੀ ਇਹ ਜਿਹੜਾ ਸਾਰਾ ਉਹਦੀ 1 ਡੇ ਦਾ ਜਿਹੜਾ ਟਾਰਗੇਟ ਹੈ ਉਹ ਉਸੇ ਫਾਰਮ ਦੇ ਵਿੱਚ ਕੰਪਲੀਟ ਹੋਣਾ ਚਾਹੀਦਾ ਹੈ। Discuss stress reduction technique and use refer for the stress reduction counseling or workshop as indicated. So ward ਦੇ ਵਿੱਚ ਕੀ ਹੈ ਕਿ ਪੇਸ਼ੈਂਟਸ ਨੂੰ stress reduction techniques ਕੀ ਹੋ ਸਕਦੀਆਂ, ਪੇਸ਼ੈਂਟਸ ਦਾ ਮਾਈਂਡ ਨੂੰ ਕਨਵਰਟ ਕਰਨਾ, spiritual healing process ਬਾਰੇ ਦੱਸਣਾ, yoga meditation ਚ ਕਨਵਰਟ ਕਰਨਾ, ask to patient to spend some time with their family members, प्ले करना छोटे बच्चों के नाल इनडोर्स गेम्स लाइक लूडो वगैरह। सो जिहदे नाल पेशेंट जिहड़ा कि टाइम है उसनूं यूज़ करेगा और स्ट्रेस है जिहड़ी वो पेशेंट्स दी रिड्यूस होगी, बाय द माइंड कन्वर्ट हो जाऊगा। काउंसलिंग गाइडलाइंस देनियां ने फैमिली मैंबर्स नूं कि पेशेंट्स दे नाल किद्दां डील करना, और फरदर जे पेशेंट्स नूं काउंसलिंग की लोड़ है तो पेशेंट्स नूं भी दसना कि फैमिलीज़ दे नाल उन्हें किद्दां कोऑपरेट करना ते उहदे लई अरेंज करना वर्कशॉप वगैरह। सो जिहदे नाल पेशेंट है जिहड़ा टाइम है वो यूटिलाइज्ड हो जाए और स्ट्रेस है जी रिड्यूस हो जाए। हेल्प अरेंज मीटिंग विद द सोशल वर्कर, काउंसलर और मैंबर ऑफ द सैलरी इफ नीडेड। हुण पेशेंट की सैलरी ऑफ द नीडेड दे विच की है कि पेशेंट्स नूं उन्हां लोकां दे नाल कम्युनिकेशन करवाउणा जिहड़े कि सोशल वर्कर ने या काउंसलर्स ने। सो जिहड़े मैंबर्स ने उन्हां दे नाल की होएगा कि पेशेंट सोसाइटी दे विच अपनी एक पोजीशन बनाएगा, सोशल होएगा, लोकां नाल कम्युनिकेट करेगा, जिहदे नाल उहदा स्ट्रेस लैवल भी रिड्यूस होगा और पेशेंट दे विच जो स्ट्रेस लैवल इनहेंस होंदा उह डिप्रैसिव जिहड़े सिम्पटम्स ने वो बच जांदे आ। सो पेशेंट जिन्ना ज़्यादा सोशलाइज होएगा उहदा जिहड़ा डिप्रैशन लैवल आ वो भी रिड्यूस होगा और स्ट्रेस है जिहड़ी नॉर्मल लैवल ते रहेगी और पेशेंट की आ अपने आप नूं एक्टिव रखेगा। थैंक यू स्टूडेंट्स।